ਵੀ ਇਹ ਕਿਹੋ ਜਿਹੀ ਸਰਕਾਰ ਹੈ ਵੀ ਤੁਹਾਡੀ ਅਰਜ਼ੀ ਵੀ ਨਹੀਂ ਰਿਸੀਵ ਕਰ ਰਹੇ। ਆ ਕੇ ਉੱਥੇ ਚੀਫ ਮਿਨਿਸਟਰ ਧਾੜਾ ਮਾਰ ਕੇ ਕਹਿੰਦਾ ਜੀ ਵੀ ਮੈਂ ਨਜਾਇਜ਼ ਕਬਜ਼ੇ ਖਾਲੀ ਕਰਾ ਲਏ ਆ। ਵੀ ਇਹ ਮਾਲਕ ਕਹਿੰਦੇ ਨੇ ਵੀ ਸਾਡੀ ਜ਼ਮੀਨ ਹੈ ਤੇ ਇਹਨਾਂ ਦੀ ਅਰਜ਼ੀ ਵੀ ਨਹੀਂ ਲੈ ਰਹੇ। ਇਹ ਅੱਤ ਹੈ, ਇਹ ਦਿੱਲੀ ਮਾਡਲ ਹੈ ਆਮ ਆਦਮੀ ਪਾਰਟੀ। ਸਾਹਮਣੇ ਹੈ, ਕੈਮਰੇ ਦੇ ਸਾਹਮਣੇ ਖੜੇ ਲੋਕ ਵਿਚਾਰੇ ਆਪਦੀਆਂ ਅਰਜ਼ੀਆਂ ਲੈ ਕੇ। ਮੈਟਰ ਆਫ ਰੈਕਡ ਹੈ ਇਹਨਾਂ ਸਾਰਿਆਂ ਕੋਲ। 1944 1940 ਦੀਆਂ ਜਦ ਜਮ੍ਹਾਂਬੰਦੀਆਂ ਨੇ, ਇਹ ਮੁਸ਼ਤਰਕਾ ਖਾਤਾ ਹੈ, ਇਹ ਪੰਚਾਇਤ ਦੀ ਜ਼ਮੀਨ ਹੀ ਹੈ ਨਹੀਂ। ਝੂਠ ਔਰ ਕੋਈ ਮਕਾਰੀ ਤੇ ਉੱਤਰ ਆਵੇ, ਉਹ ਸੋਚੇ ਵੀ ਮੈਂ ਚੀਫ ਮਿਨਿਸਟਰ ਬਣ ਗਿਆ ਤੇ ਮੈਂ ਆਪਣਾ ਜੋ ਮਰਜ਼ੀ ਕਰਾਂ, ਤੇ ਇਹ ਐਬਸੋਲੂਟ ਮਨਾਰਕੀ ਤਾਂ ਹੈ ਨਹੀਂ। ਸਾਡੀ 45 ਸਾਲ ਉਮਰ ਹੋ ਗਈ। ਸਾਡੇ ਬਾਬੇ ਦਾਦੇ ਬਾਉਂਦੇ ਬੀਜਦੇ, ਸਾਡੇ ਨਾਲ ਇੰਤਕਾਲ ਹੈ। ਅਸੀਂ ਜਿਹੜੇ ਕੋਈ ਛੋਟੇ ਪਰਿਵਾਰ ਕੇ ਨਾਲ ਸੰਬੰਧ ਰੱਖਦੇ, ਅਸੀਂ ਗਰੀਬ ਸਾਡਾ ਇਲਾਕਾ ਹੈ। ਅਸੀਂ ਜਿਹੜੇ ਕਿਸੇ ਬੰਦੇ ਨੇ ਕੋਈ ਵਿਆਹ ਕਾਰਜ ਕਰਨਾ, ਕਿਸੇ ਨੇ ਮਕਾਨ ਬਣਾਉਣਾ ਹੈ, ਉਹ ਆਪਣੀ ਜ਼ਮੀਨ ਵੇਚਦਾ ਸੀਗਾ, ਉਹਦੀ ਰਜਿਸਟਰੀ ਵਗੈਰਾ ਇੰਤਕਾਲ ਸਾਰਾ ਹੁੰਦਾ ਸੀਗਾ ਜੀ। ਮੰਦਭਾਗੀ ਗੱਲ ਇਹ ਹੋਈ ਅੱਜ ਕਿ ਏਡੀਸੀ ਸਾਹਿਬ ਆਪਦੀ ਅਦਾਲਤ ਛੱਡ ਕੇ ਇੱਥੋਂ ਫਰਾਰ ਹੋ ਗਏ। ਐਕਸ ਇੰਡੀਆ ਲੀਵ, ਮਤਲਬ ਇਹ ਦੇਸ਼ ਹੀ ਛੱਡ ਕੇ ਭੱਜ ਗਏ। ਕਹਿੰਦੇ ਕਿ ਮੈਂ ਸੁਣਨਾ ਹੀ ਨਹੀਂ ਕੇਸ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਇਸ ਵਕਤ ਅਸੀਂ ਮੋਹਾਲੀ ਡੀਸੀ ਕੰਪਲੈਕਸ ਦੇ ਬਾਹਰ ਮੌਜੂਦ ਹਾਂ, ਜਿੱਥੇ ਜਿਹੜਾ ਛੋਟੀ ਬੜੀ ਨੰਗਲ ਉਹ ਪਿੰਡ ਹੈ, ਜਿੱਥੇ ਪਿਛਲੇ ਦਿਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਜਾ ਕੇ ਉੱਥੇ ਜਿਹੜੀ ਜ਼ਮੀਨ ਹੈ 2828 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾ ਕੇ ਆਇਆ। ਕਹਿੰਦੇ ਨਜਾਇਜ਼ ਕਬਜ਼ਾ ਸੀ, ਸਰਕਾਰ ਨੇ ਛਡਾਇਆ। ਤੇ ਅੱਜ ਉਸ ਪਿੰਡ ਦੇ ਜਿਹੜੇ ਛੋਟੀ ਬੜੀ ਨੰਗਲ ਦੇ ਲੋਕ ਨੇ ਉਹ ਇੱਥੇ ਮੌਜੂਦ ਨੇ। ਉਹ ਆਏ ਨੇ ਇੱਕ ਆਪਣੀ ਅਰਜ਼ੀ ਦਾਇਰ ਕਰਨ ਦੇ ਲਈ ਆਏ ਵੀ ਸਾਡਾ ਪੱਖ ਜਿਹੜਾ ਸੁਣਿਆ ਜਾਵੇ। ਸੋ ਜਿੱਥੇ ਲੋਕ ਨੇ ਉੱਥੇ ਗੋਬਿੰਦ ਸਿੰਘ ਸੰਧੂ ਨੇ ਜਿਹੜੇ ਸਿਮਰਜੀਤ ਸਿੰਘ ਮਾਨ ਦੇ ਦੋਤੇ ਹੈ, ਇਹਨਾਂ ਦਾ ਵੀ ਜ਼ਿਕਰ ਆਇਆ ਕਿਉਂਕਿ 28 ਏਕੜ ਇਹਨਾਂ ਦੇ ਨਾਂ ਹੈ। ਸਰਕਾਰ ਕਹਿੰਦੀ ਹੈ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇਮਾਨ ਸਿੰਘ ਮਾਨ ਇਹਨਾਂ ਦੇ ਮਾਮਾ ਜੀ, ਉਹਨਾਂ ਦੇ ਨਾਂ ਤੇ ਵੀ ਸਰਕਾਰ ਨੇ ਕਿਹਾ ਕਿ 125 ਏਕੜ ਉਹਨਾਂ ਨੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ। ਤਮਾਮ ਮੁੱਦਾ ਕੀ ਹੈ, ਮਸਲਾ ਕੀ ਹੈ, ਅੱਜ ਕਿਉਂ ਆਏ ਸੀ ਤੇ ਉਹ ਜ਼ਮੀਨ ਦੀ ਹਕੀਕਤ ਕੀ ਹੈ, ਇਸ ਬਾਰੇ ਇਹਨਾਂ ਦਾ ਪੱਖ ਜਾਣਾਂਗੇ। ਗੋਬਿੰਦ ਸਿੰਘ ਜੀ, ਤੁਹਾਡਾ ਗਲੋਬਲ ਪੰਜਾਬ ਟੀਵੀ ਤੇ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਹੁਣੇ ਆਖਿਆ ਹੈ ਕਿ 28 ਏਕੜ ਮੁੱਖ ਮੰਤਰੀ ਸਾਹਿਬ ਨੇ ਮੇਰੀ ਦੱਸੀ ਹੈ ਜ਼ਮੀਨ। ਇਹ ਆંકੜੇ ਮੁੱਖ ਮੰਤਰੀ ਸਾਹਿਬ ਨੂੰ ਕਿੱਥੋਂ ਮਿਲੇ? ਤਹਿਸੀਲ ਦੀਆਂ ਰਜਿਸਟਰੀਆਂ ਤੋਂ। ਤੇ ਫਿਰ ਨਜਾਇਜ਼ ਕਬਜ਼ਾ ਕਿਵੇਂ ਹੋਇਆ, ਪੁੱਛੋ ਮੁੱਖ ਮੰਤਰੀ ਸਾਹਿਬ ਨੂੰ। 28 ਏਕੜ ਹੀ ਦੱਸਿਆ ਨਾ, ਇਹ ਤਾਂ ਨਹੀਂ ਕਿਹਾ ਕਿ ਸਿਰਫ ਨਜਾਇਜ਼ ਕਬਜ਼ੇ ਤੇ ਬੈਠੇ। ਆંકੜੇ ਦੱਸਿਆ। ਆંકੜੇ ਕਿੱਥੋਂ ਮਿਲੇ? ਰਜਿਸਟਰੀਆਂ ਤੋਂ, ਸਟਾਂਪ ਡਿਊਟੀ ਤੋਂ। ਬੰਦੀ ਸਟਾਂਪ ਡਿਊਟੀ ਦਿੱਤੀ ਆ, ਉਹਦੇ ਵਿੱਚੋਂ ਇਹ ਆંકੜੇ ਨਿਕਲੇ ਹੈਗੇ। ਠੀਕ ਹੈ ਜੀ। ਅੱਜ ਅਸੀਂ ਇੱਥੇ ਪਹੁੰਚੇ ਹੈਗੇ ਆ ਇਸ ਜ਼ਿਲ੍ਹਾ ਕੰਪਲੈਕਸ 'ਚ ਕਿਉਂਕਿ ਏਡੀਸੀ ਸਾਹਿਬ ਨੇ ਆਰਡਰ ਕੱਢਿਆ ਸੀਗਾ ਕਿ ਛੋਟੀ ਬੜੀ ਨੰਗਲ ਦੀ ਸਾਰੀ ਜ਼ਮੀਨ ਸ਼ਾਮਲਾਟ ਤੇ ਪੰਚਾਇਤ ਦੇ ਨਾਮ ਕੀਤੀ ਜਾਵੇ। ਅਸੀਂ ਸਾਰੇ ਉਸ ਪਿੰਡ ਦੇ ਖੇਵੜਦਾਰ ਹੈਗੇ ਆ। ਸਾਡੇ ਕੋਲੇ ਉੱਥੇ ਜ਼ਮੀਨਾਂ ਸਾਡੇ ਬਾਪੂ ਜੀ ਦੇ ਸਮੇਂ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਸਮੇਂ ਤੋਂ ਬੋਲਦੀ ਆ। ਤੇ ਅਸੀਂ ਆਪ ਦੀ ਅਰਜ਼ੀ ਆਪਣੇ ਵਕੀਲ ਸਾਹਿਬ ਦੇ ਨਾਲ ਸਵੇਰ ਦੇ ਇੱਥੇ ਹਾੜੇ ਕੱਢ ਰਹੇ ਆ। ਵਕੀਲ ਸਾਹਿਬ ਆਪ ਦੀ ਅਰਜ਼ੀ ਏਡੀਸੀ ਸਾਹਿਬ ਦੇ ਅਦਾਲਤ 'ਚ ਜਮ੍ਹਾਂ ਕਰਨ ਨੂੰ ਆਏ ਸੀਗੇ। ਏਡੀਸੀ ਸਾਹਿਬ ਨੂੰ ਇੱਥੇ ਹਾਈ ਕੋਰਟ ਨੇ ਅਪੋਇੰਟ ਕੀਤਾ, ਹਾਈ ਕੋਰਟ ਵੱਲੋਂ ਲਾਏ ਗਏ ਆ। ਪਰ ਮੰਦਭਾਗੀ ਗੱਲ ਇਹ ਹੋਈ ਅੱਜ ਕਿ ਏਡੀਸੀ ਸਾਹਿਬ ਆਪ ਦੀ ਅਦਾਲਤ ਛੱਡ ਕੇ ਇੱਥੋਂ ਫਰਾਰ ਹੋ ਗਏ। ਐਕਸ ਇੰਡੀਆ ਲੀਵ, ਮਤਲਬ ਇਹ ਦੇਸ਼ ਹੀ ਛੱਡ ਕੇ ਭੱਜ ਗਏ। ਕਹਿੰਦੇ ਕਿ ਮੈਂ ਸੁਣਨਾ ਹੀ ਨਹੀਂ ਕੇਸ। ਸਾਡੀ ਅਰਜ਼ੀ ਵੀ ਨਹੀਂ ਲਿੱਤੀ, ਸਾਨੂੰ ਉਸ ਦੀ ਰਿਸੀਵਿੰਗ ਵੀ ਨਹੀਂ ਦਿੱਤੀ। ਡੀਸੀ ਸਾਹਿਬ ਦਾ ਦਰਵਾਜ਼ਾ ਖੜਕਾਇਆ। ਡੀਸੀ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਕਹਿੰਦੇ ਕਿ ਏਡੀਸੀ ਦੀ ਅਦਾਲਤ ਮੇਰੇ ਕੋਲੇ ਨਹੀਂ ਆਉਂਦੀ ਬਿਲਕੁਲ ਵੀ। ਅਸੀਂ ਕਿਹਾ ਕਿ ਤੁਸੀਂ ਇਸ ਪੂਰੇ ਕੰਪਲੈਕਸ ਦੇ ਹੈੱਡ ਹੋ, ਤੁਸੀਂ ਬੌਸ ਹੋ, ਤੁਸੀਂ ਐਫਸੀਆਰ ਨੂੰ ਤੇ ਹਾਈ ਕੋਰਟ ਨੂੰ ਲਿਖੋਗੇ ਕਿ ਇਹਨਾਂ ਦੀ ਥਾਂ ਜਿਨ੍ਹਾਂ ਨੂੰ ਤੁਸੀਂ ਲਾਇਆ ਹੈ ਉਹਨਾਂ ਨੂੰ ਤੁਸੀਂ ਇੱਥੇ ਬਿਠਾਓ, ਛੇਤੀ ਬਿਠਾਓ, ਕਿਉਂਕਿ ਲੋਕ ਆਏ ਹੋਏ ਆ, ਇਹਨਾਂ ਦੀਆਂ ਕੇਸਾਂ ਦੀ ਸੁਣਵਾਈ ਰਹਿੰਦੀ ਹੈ। ਉਹ ਕਹਿੰਦੇ ਮੈਂ ਫਰਾਈਡੇ ਤੱਕ ਕਰੂੰਗਾ। 4-5 ਦਿਨ ਉਹਨਾਂ ਨੇ ਅੱਗੇ ਕਰਤਾ। ਹੁਣ ਗੱਲ ਇਹ ਹੈ, ਸਾਡੇ ਕੋਲੇ 7-8 ਦਿਨ ਪਏ ਹੈਗੇ ਆ ਏਡੀਸੀ ਦੀ ਅਦਾਲਤ 'ਚ ਆਪ ਦਾ ਕੇਸ ਦਰਜ ਕਰਨ ਨੂੰ। ਇਹ ਕਿਹੜੇ ਮੁਲਕ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਆਪ ਦੀ ਅਰਜ਼ੀ ਜਾਂ ਆਪ ਦਾ ਕੇਸ ਤੁਸੀਂ ਫਾਈਲ ਹੀ ਨਹੀਂ ਕਰ ਸਕਦੇ? ਸੁਣਵਾਈ ਅਗਲੀ ਚੀਜ਼ ਹੁੰਦੀ ਹੈ, ਉਸ ਤੋਂ ਬਾਅਦ ਫੈਸਲਾ ਅਗਲਾ ਹੁੰਦਾ। ਇਹ ਕਿਹੜਾ ਮੁਲਕ ਕਹਿੰਦਾ ਕਿ ਤੁਹਾਡੀ ਅਰਜ਼ੀ ਨਹੀਂ ਲਿੱਤੀ ਜਾਊਗੀ, ਰਿਸੀਵਿੰਗ ਹੀ ਨਹੀਂ ਦੇ ਰਹੇ? ਕਹਿੰਦੇ ਤੁਸੀਂ ਕੇਸ ਇੱਥੇ ਛੱਡ ਜਾਓ, ਤੁਹਾਨੂੰ ਲਿਖਤੀ ਅਸੀਂ ਨਹੀਂ ਦੇਵਾਂਗੇ ਕਿ ਅਸੀਂ ਤੁਹਾਡੇ ਤੋਂ ਲੈ ਲਿਆ। ਹੁਣ ਇਹ ਇਹਨਾਂ ਨੂੰ ਹਦਾਇਤ ਆਈ ਹੋਈ ਹੈ
ਮੁੱਖ ਮੰਤਰੀ ਸਾਹਿਬ ਦੀ, ਰਾਘਵ ਚੱਡਾ ਸਾਹਿਬ ਦੀ, ਪਤਾ ਨਹੀਂ ਕਿਹਦੀ ਆਈ ਆ ਇਹ ਹਦਾਇਤ ਹੈ। ਇਹਦੇ ਨਾਲ ਇਹ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਡਰ ਗਈ ਹੈ, ਕਿਉਂਕਿ ਜੇ ਤਾਂ ਸਰਕਾਰ ਦਾ ਪੱਖ ਠੀਕ ਹੈ ਫਿਰ ਇਹਨਾਂ ਨੂੰ ਸੁਣਵਾਈ ਕਰਕੇ ਸਾਨੂੰ ਗਲਤ ਪੇਸ਼ ਕਰਕੇ ਤੋੜ ਦੇਣਾ ਚਾਹੀਦਾ। ਜੇ ਸਰਕਾਰ ਗਲਤ ਹੈ ਫਿਰ ਉਹ ਅੱਜ ਇੱਥੇ ਪਹੁੰਚੀ ਨਹੀਂ। ਠੀਕ ਹੈ ਜੀ, ਸਾਡੀ ਅਰਜ਼ੀ ਲਿੱਤੀ ਨਹੀਂ ਇਹਨਾਂ ਨੇ, ਇੰਨੀ ਕੁ ਗੱਲ ਹੈ। ਸੋ ਹੁਣ ਕੀ ਲੱਗਦਾ, ਕਿਉਂਕਿ ਕੋਈ ਨਾ ਕੋਈ ਅਧਿਕਾਰੀ ਤਾਂ ਹੋਣਾ ਚਾਹੀਦਾ ਨਾ, ਡੀਸੀ ਸਾਹਿਬ ਜਿਹੜਾ ਬੰਦਾ ਕੋਈ ਛੱਡ ਕੇ ਚਲਾ ਜਾਂਦਾ ਕੁਰਸੀ, ਉਹਦੀ ਜਗ੍ਹਾ ਤੇ ਕਿਸੇ ਨਾ ਕਿਸੇ ਕੋਲ ਤਾਂ ਚਾਰਜ ਹੋਣਾ ਚਾਹੀਦਾ ਸੀ। ਇਹ ਤਾਂ ਤੁਸੀਂ ਆਪਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ। ਮੈਨੂੰ ਤਾਂ ਲੱਗਦਾ ਮੁਹੱਲਾ ਕਲੀਨਿਕਸ 'ਚ ਇਹਨਾਂ ਦੀ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕਸ 'ਚ ਜਾ ਕੇ ਬੈਠਣਗੇ ਏਡੀਸੀ ਸਾਹਿਬ, ਉੱਥੇ ਸੁਣਵਾਈ ਕਰਨਗੇ ਲੋਕਾਂ ਦੀ। ਸੋ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿੱਥੇ ਬੈਠਣਗੇ, ਕਿੱਥੇ ਨੇ। ਸਾਡੀ ਤਾਂ ਅਰਜ਼ੀ ਲਿੱਤੀ ਨਹੀਂ ਹੈ। ਤੁਹਾਡਾ ਅਗਲਾ ਸਟੈਪ ਕੀ ਰਹੂਗਾ ਹੁਣ, ਜੇ ਇਹਨਾਂ ਨੇ ਅਰਜ਼ੀ ਨਹੀਂ ਲਈ, ਤੁਸੀਂ ਅਗਲਾ ਸਟੈਪ ਕੀ ਪੱਟ ਰਹੇ? ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਇਹ ਦਿਨਾਂ ਦੇ ਵਿੱਚ ਜਿਹੜਾ ਹੁਣ ਏਡੀਸੀ ਸਾਹਿਬ ਨੇ ਐਪਲੀਕੇਸ਼ਨ ਨਹੀਂ ਲਈ, ਤਾਂ ਤੁਸੀਂ ਆਪਣੀ ਗੱਲ ਹੈ ਜਿਹੜੀ ਆਪਣੀ ਅਰਜ਼ੀ ਕਿਹਦੇ ਕੋਲ ਲੈ ਕੇ ਜਾਓਗੇ? ਇਸ ਤੋਂ ਬਾਅਦ ਜੀਡੀਸੀ ਦੀ ਕੋਰਟ ਆਉਂਦੀ ਹੈ, ਜੀਡੀਸੀ ਦੀ ਕੋਰਟ ਤੋਂ ਬਾਅਦ ਹਾਈ ਕੋਰਟ ਆਉਂਦੀ ਹੈ, ਉਸ ਤੋਂ ਬਾਅਦ ਸੁਪਰੀਮ ਕੋਰਟ ਆਉਂਦੀ ਹੈ। ਸਾਨੂੰ ਆਪ ਦਾ ਜਿਹੜਾ ਬਣਦਾ ਨਿਆਂ ਹੈ ਉਹ ਹਾਈ ਕੋਰਟ ਤੋਂ ਮਿਲੂਗਾ, ਕਿਉਂਕਿ ਇਹ ਸਾਰੇ ਫਰਜ਼ੀ ਇਨਕਲਾਬੀ ਬਣ ਚੁੱਕੇ ਹੈਗੇ ਆ ਤੇ ਇਹਨਾਂ 'ਚ ਪਤਾ ਨਹੀਂ ਕਿਹੜਾ ਟੀਕਾ ਲਾਇਆ ਦਿੱਲੀ ਵਾਲਿਆਂ ਨੇ ਕਿ ਇਹ ਕਿਸੇ ਦੀ ਗੱਲ ਸੁਣ ਕੇ ਹੀ ਨਹੀਂ ਰਾਜੀ। 2828 ਤਾਂ ਚਲੋ ਪਿੰਡ ਦੀ ਜ਼ਮੀਨ ਹੋ ਗਈ, ਤੁਹਾਡੇ ਮਾਮਾ ਜੀ ਇਮਾਨ ਸਿੰਘ ਤੇ ਵੀ ਲੱਗ ਰਿਹਾ ਵੀ 125 ਕਿੱਲਾ ਉਹਨਾਂ ਨੇ ਵੀ ਨਜਾਇਜ਼ ਕਬਜ਼ਾ ਕੀਤਾ। ਮਾਜਰੀ ਦੀ ਤਹਿਸੀਲ ਇੱਥੋਂ 15 ਕਿਲੋਮੀਟਰ ਦੂਰ ਹੈ। ਤੁਸੀਂ ਉੱਥੇ ਜਾ ਕੇ ਤੁਸੀਂ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਨੂੰ ਕਹੋ ਕਿ ਸਰਦਾਰ ਇਮਾਨ ਸਿੰਘ ਮਾਨ ਦੀਆਂ ਰਿਕਾਰਡ ਸਾਨੂੰ ਦਿਓ। ਉਹਦੇ 'ਚ 1.25 ਕਿੱਲਾ ਨੂੰ ਇਹਨਾਂ ਨੇ 125 ਬਣਾਤਾ। ਇਸ 'ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ। ਮੇਰਾ ਨਾਮ ਐਡਵੋਕੇਟ ਅਮਰਦੀਪ ਸਿੰਘ ਵਾਲੀਆ ਹੈ। ਠੀਕ ਹੈ, ਮੈਂ ਇੱਥੇ ਕੇਸ ਪਾਉਣ ਆਇਆ ਸੀਗਾ। ਜਿਹੜਾ ਆਰਡਰ ਇਹਨਾਂ ਨੇ ਪਾਸ ਕੀਤਾ ਛੋਟੀ ਬੜੀ ਨੰਗਲ ਦਾ, ਉਹਦੇ ਅਗੇਂਸਟ ਸੈਟਿੰਗ ਸਾਈਡ ਐਕਸਪਰਟੀ ਆਰਡਰ, ਤੇ ਬੈਂਸ ਸਾਹਿਬ ਦੀ ਕੋਰਟ ਦੇ ਵਿੱਚ ਕੇਸ ਫਾਈਲ ਹੋਣਾ ਸੀਗਾ। ਉਹ ਛੁੱਟੀ ਤੇ ਹੈ, ਪਰ ਉਹਨਾਂ ਦੇ ਸਟਾਫ ਨੇ ਸਾਡੀ ਪਟੀਸ਼ਨ ਲੈਣ ਤੋਂ ਮਨਾ ਕਰਤਾ। ਮੈਂ ਇਸ ਤੋਂ ਬਾਅਦ ਡੀਸੀ ਸਾਹਿਬ ਨੂੰ ਵੀ ਮਿਲਿਆ, ਜੁਆਇੰਟ ਡਾਇਰੈਕਟਰ ਪੰਚਾਇਤ ਖਹਿਰਾ ਸਾਹਿਬ ਉਹਨਾਂ ਨੂੰ ਵੀ ਮਿਲਿਆ ਹਾਂ, ਇਹਨਾਂ ਦੇ ਲਾਅ ਅਫਸਰ ਨੂੰ ਵੀ ਮਿਲਿਆ ਹਾਂ, ਪਰ ਸਭ ਨੇ ਕਹਿਤਾ ਕਿ ਅਸੀਂ ਉਹ ਕੋਰਟ ਦੇ ਵਿੱਚ ਅਸੀਂ ਕੋਈ ਡਾਇਰੈਕਸ਼ਨ ਨਹੀਂ ਦੇ ਸਕਦੇ ਪਟੀਸ਼ਨ ਲੈਣ ਦਾ। ਹੁਣ ਇਹ ਹੈ ਕਿ ਭਾਵੇਂ ਕੋਰਟ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਜਿਹੜਾ ਸਟਾਫ ਨੂੰ ਸਾਡਾ ਕੇਸ ਤਾਂ ਲੈਣਾ ਚਾਹੀਦਾ ਹੈ। ਜਦੋਂ ਕੇਸ ਲੱਗਣਾ ਹੈ, ਜਦੋਂ ਜੱਜ ਸਾਹਿਬ ਆਉਣਗੇ ਉਦੋਂ ਹੀ ਕੇਸ ਲੱਗੇਗਾ, ਪਰ ਇਹ ਸਾਨੂੰ ਫਿਜ਼ੀਕਲੀ ਹੁਣ ਕੇਸ ਫਾਈਲ ਕਰਨ ਤੋਂ ਵੀ ਰੋਕਦੇ ਪਏ ਆ। ਅਸੀਂ ਰਿਕੁਐਸਟ ਕੀਤੀ ਹੈ ਸਾਡਾ ਐਟਲੀਸਟ ਰਿਸੀਵਿੰਗ ਦੇ ਦਿਓ। ਕਹਿੰਦੇ ਜੀ ਅਸੀਂ ਰਿਸੀਵ ਨਹੀਂ ਕਰ ਸਕਦੇ ਜਦ ਤੱਕ ਜੱਜ ਸਾਹਿਬ ਨਹੀਂ ਆਉਂਦੇ, ਜਦ ਤੱਕ ਬੈਂਸ ਸਾਹਿਬ ਵਾਪਸ ਨਹੀਂ ਆਉਂਦੇ ਉਦੋਂ ਤੱਕ ਅਸੀਂ ਕੇਸ ਨਹੀਂ ਲਵਾਂਗੇ। ਬੈਂਸ ਸਾਹਿਬ ਨੇ ਕਦੋਂ ਆਉਣਾ ਹੈ, ਕੀ ਪ੍ਰੋਸੈਸ? ਸਾਨੂੰ ਇਹਨਾਂ ਨੇ ਦੱਸਿਆ ਹੈ ਕਿ ਅਗਲੇ ਮਹੀਨੇ ਤੇ ਹੀ ਛੁੱਟੀ ਤੇ ਹੈ, ਐਕਸ ਇੰਡੀਆ ਲੀਵ ਤੇ। ਸਰ ਕੁਰਸੀ ਖਾਲੀ ਰਹੂਗੀ ਉਹਨਾਂ ਦੀ, ਮਤਲਬ ਮੋਹਾਲੀ ਜ਼ਿਲ੍ਹੇ ਨੂੰ ਕੋਈ ਐਸਡੀਐਮ ਨਹੀਂ ਮਿਲੂ? ਦੇਖੋ ਕੋਈ ਨਾ ਕੋਈ ਤਾਂ ਉਹਨਾਂ ਦੀ ਸੀਟ ਤੇ ਆਉਣਾ ਚਾਹੀਦਾ ਹੈ, ਪਰ ਇਹਨਾਂ ਨੇ ਕੋਈ ਅਜੇ ਤੱਕ ਅਪਾਇੰਟ ਨਹੀਂ ਕੀਤਾ। ਨਹੀਂ, ਕਾਨੂੰਨ ਦੀ ਇਹ ਵੀ ਲੰਘਣਾ ਕਿਸੇ ਨਾ ਕਿਸੇ ਤਰੀਕੇ ਵੀ ਕੋਈ ਬੰਦਾ ਉਹਨਾਂ ਦੀ ਜਗ੍ਹਾ ਤੇ ਨਹੀਂ ਆ ਰਿਹਾ। ਦੇਖੋ ਜੇ ਇੰਨੀ ਦੇਰ ਤੱਕ ਕੋਈ ਅਫਸਰ ਛੁੱਟੀ ਤੇ ਹੈ ਤਾਂ ਉਹਦੇ ਅਗੇਂਸਟ ਕੋਈ ਨਾ ਕੋਈ ਤਾਂ ਆਉਣਾ ਚਾਹੀਦਾ ਹੈ, ਪਰ ਇਹਨਾਂ ਨੇ ਕੋਈ ਨਹੀਂ ਲਾਇਆ ਅਜੇ ਤੱਕ। ਕੇਸ ਬਾਰੇ ਚਾਹਣਾ ਪਏ ਬੜਾ ਸਰ। ਕੇਸ ਇਹ ਹੈ ਕਿ ਐਕਸਪਰਟੀ ਆਰਡਰ ਕਰਤਾ ਸੀਗਾ ਸਾਨੂੰ, ਜਿਹੜੇ ਕੇਸ ਦੇ ਵਿੱਚ ਇਹਨਾਂ ਨੇ ਬੁਨਿਆਦੀ ਕਰਾਈ ਸੀਗੀ। ਬੁਨਿਆਦੀ ਕਰਾ ਕੇ ਸਾਰੇ ਜਿਹੜੇ ਰਿਸਪੋਂਡੈਂਟਸ ਹੈ ਸਾਰੇ ਐਕਸਪਰਟੀ ਕਰਤੇ ਸੀਗੇ। ਅਸੀਂ ਉਹ ਆਰਡਰ ਚੈਲੰਜ ਕਰ ਰਹੇ ਹਾਂ। 2828 ਏਕੜੀ ਸਾਰੀ ਜਿਹੜੀ ਉਸ ਸੰਬੰਧ 'ਚ ਹੀ ਹੋ? ਹਾਂਜੀ, ਉਸ ਸੰਬੰਧ 'ਚ। ਤੇ ਜਿਹੜੇ ਡੀਸੀ ਸਾਹਿਬ ਨੂੰ ਮਿਲੇ ਹੋ ਤੁਸੀਂ, ਉਹਨਾਂ ਨੇ ਕੀ ਭਰੋਸਾ ਦਿੱਤਾ, ਹੁਣ ਕੀ ਗੱਲਬਾਤ ਹੋਈ? ਡੀਸੀ ਸਾਹਿਬ ਕਹਿੰਦੇ ਕਿ ਅਸੀਂ ਸਟਾਫ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦੇ ਕਿ ਸਾਡੀ ਪਟੀਸ਼ਨ ਰਿਸੀਵ ਕਰਨ। ਉਹ ਕਹਿੰਦੇ ਜੀ ਉਹ ਜਦੋਂ ਬੈਂਸ ਸਾਹਿਬ ਆਉਣਗੇ ਉਹੀ ਕਰਨਗੇ। ਇਹ ਨਵਾਂ ਰੂਲ ਆਇਆ ਜੀ ਕੋਈ? ਇਹ ਸਰਕਾਰ ਨਵੀਂ ਰੂਲ ਲੱਗੀ ਹੋਈ ਹੈ, ਬਦਲਾਅ ਵਾਲੀ ਸਰਕਾਰ। ਤੁਹਾਡੇ ਨਾਲ ਗੱਲ ਕਰਨੀ। ਹਾਂਜੀ। ਸੁਪਾਲ ਜੀ, ਮਿਲ ਕੇ ਆਏ ਹੋ ਤੁਸੀਂ ਡੀਸੀ ਸਾਹਿਬ ਨਾਲ ਜੀ। ਉਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਟਾਈਮ ਤੋਂ ਕੋਰਟ ਕੰਪਲੈਕਸ ਦੇ ਵਿੱਚ ਹੋ। ਕੀ ਕੁਝ ਰਿਹਾ ਅੱਜ ਸਾਰੇ ਦਿਨ ਦੇ ਵਿੱਚ ਲੋਕ ਤੁਹਾਡੇ ਨਾਲ? ਅੱਜ ਜੀ ਇੱਥੋਂ ਦੇ ਛੋਟੀ ਨੰਗਲ ਬੜੀ ਨੰਗਲ ਦੇ ਲੋਕ ਆਏ ਸੀ। ਇਹਨਾਂ ਨੇ ਜਿਹੜਾ ਐਕਸਪਰਟੀ ਆਰਡਰ ਕੀਤਾ ਸਰਕਾਰ ਨੇ, ਉਹਦੇ ਅਗੇਂਸਟ ਉਹਨੂੰ ਤੋੜਾਉਣ ਵਾਸਤੇ ਆਪਣੀ ਪਟੀਸ਼ਨ ਫਾਈਲ ਕਰਨੀ ਸੀਗੀ। ਤੇ ਪਹਿਲਾਂ ਇਹਨਾਂ ਨੇ ਜਿਹੜਾ ਏਡੀਸੀ ਦਾ ਰੀਡਰ ਹੈਗਾ, ਜਿਹਨੇ ਕੋਰਟ ਜਿਹੜਾ ਕੋਈ ਪ੍ਰੈਜ਼ਾਈਡਿੰਗ ਆਫਿਸਰ ਹੈ ਕੋਰਟ ਦਾ, ਉਹਨੇ ਕਿਹਾ ਜੀ ਵੀ ਏਡੀਸੀ ਸਾਹਿਬ ਤਾਂ ਛੁੱਟੀ ਤੇ ਨੇ ਤੇ ਅਸੀਂ ਲੈ ਨਹੀਂ ਸਕਦੇ ਤੁਹਾਡਾ। ਉਸ ਉਪਰੰਤ ਅਸੀਂ ਵਕੀਲ ਸਾਹਿਬ, ਤੁਹਾਨੂੰ ਜਿਵੇਂ ਦੱਸਿਆ ਇਹਨਾਂ ਨੇ, ਇਹ ਖਹਿਰਾ ਸਾਹਿਬ ਨੂੰ ਮਿਲ ਕੇ ਆਏ, ਡਾਇਰੈਕਟਰ ਪੰਚਾਇਤ ਨੂੰ ਮਿਲ ਕੇ ਆਏ, ਬਟ ਕਿਸੇ ਨੇ ਵੀ ਪਟੀਸ਼ਨ ਰਿਸੀਵ ਕਰਨ ਤੋਂ ਵੀ ਨਾ ਕਰਤੇ। ਹੁਣ ਸ਼ਾਮ ਨੂੰ ਅਸੀਂ ਸਾਰੇ ਪਿੰਡ ਵਾਲਿਆਂ ਦੇ ਨਾਲ ਡਿਪਟੀ ਕਮਿਸ਼ਨਰ ਨੂੰ ਮਿਲੇ ਆ। ਡਿਪਟੀ ਕਮਿਸ਼ਨਰ ਵੀ ਕਹਿੰਦੇ ਵੀ ਆਪਣੇ ਹੱਥ ਖੜੇ ਕਰਤੇ ਆ, ਕਹਿੰਦਾ ਜੀ ਮੈਂ ਕਿਸੇ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ, ਤੁਹਾਡੀ ਪਟੀਸ਼ਨ ਵੀ ਲਓ। ਹੁਣ ਇਹ ਦੇਖੋ ਵੀ ਇਹ ਕਿਹੋ ਜਿਹੀ ਸਰਕਾਰ ਹੈ ਵੀ ਤੁਹਾਡੀ ਅਰਜ਼ੀ ਵੀ ਨਹੀਂ ਰਿਸੀਵ ਕਰ ਰਹੇ। ਆ ਕੇ ਉੱਥੇ ਚੀਫ ਮਿਨਿਸਟਰ ਧਾੜਾ ਮਾਰ ਕੇ ਕਹਿੰਦਾ ਜੀ ਵੀ ਮੈਂ
ਨਜਾਇਜ਼ ਕਬਜ਼ੇ ਖਾਲੀ ਕਰਾ ਲਏ ਆ ਮਾਲਕ ਸਾਰੇ ਤੁਹਾਨੂੰ ਖੜੇ ਦਿਸਦੇ ਆ ਆ ਵੇਖੋ ਜਰਾ ਕੈਮਰੇ 'ਚ ਵੀ ਇਹ ਮਾਲਕ ਕਹਿੰਦੇ ਨੇ ਵੀ ਸਾਡੀ ਜ਼ਮੀਨ ਹੈ ਤੇ ਇਹਨਾਂ ਦੀ ਅਰਜ਼ੀ ਵੀ ਨਹੀਂ ਲੈ ਰਹੇ। ਇਹ ਆਤਾ ਹੈ, ਇਹ ਦਿੱਲੀ ਮਾਡਲ ਹੈ ਆਮ ਆਦਮੀ ਪਾਰਟੀ ਦਾ ਜਿਹੜੇ ਇੱਥੋਂ ਅਸੀਂ ਆਮ ਲੋਕਾਂ ਦਾ ਹੀ ਆਮ ਆ ਤੁਹਾਡੇ ਸਾਹਮਣੇ ਹੈ ਕੈਮਰੇ ਦੇ ਸਾਹਮਣੇ ਖੜੇ ਆ ਲੋਕ ਵਿਚਾਰੇ ਆਪਦੀਆਂ ਅਰਜ਼ੀਆਂ ਲੈ ਕੇ। ਤੇ ਇਹ ਹੁਣ ਕਿੱਥੋਂ ਦਾ ਨਿਆਂ ਹੈ ਔਰ ਕਿੱਥੋਂ ਦਾ, ਇਹ ਤਾਂ ਬੇਸਿਕ ਜਸਟਿਸ ਦੇ ਖਿਲਾਫ ਹੈ। ਦੇਖੋ ਜੇ ਸਰਕਾਰ ਦੀ ਮਰਜ਼ੀ ਹੈ ਤਾਂ ਸੁਪਰੀਮ ਕੋਰਟ ਰਾਤ ਨੂੰ 2 ਵਜੇ ਵੀ ਲਾ ਕੇ ਅਫਸਲ ਗੁਰੂ ਦਾ ਫੈਸਲਾ ਕਰ ਸਕਦੀ ਹੈ। ਨਖੇੜਾ ਕਰੋ 2828 ਜ਼ਮੀਨ ਏਕੜ ਜ਼ਮੀਨ ਜਿਹੜੀ ਹੈ ਉਸ ਤੇ ਸਰਕਾਰ ਨੇ ਕਬਜ਼ਾ ਲਿਆ ਸੀ। ਹਾਂਜੀ ਸਰਕਾਰ ਦਾਵਾ ਕਰ ਰਹੀ ਹੈ ਸ਼ਾਮਲਾਟ ਜ਼ਮੀਨ ਸੀ, ਇਹ ਪਿੰਡ ਦੀ ਜ਼ਮੀਨ ਨਹੀਂ। ਇਹ ਤਾਂ ਜੀ ਮੈਟਰ ਆਫ ਰੈਕਡ ਹੈ ਇਹਨਾਂ ਸਾਰਿਆਂ ਕੋਲੇ 1944 1940 ਦੀਆਂ ਜਮ੍ਹਾਂਬੰਦੀਆਂ ਨੇ। ਇਹ ਮੁਸ਼ਤਰਕਾ ਖਾਤਾ ਹੈ, ਇਹ ਪੰਚਾਇਤ ਦੀ ਜ਼ਮੀਨ ਹੀ ਹੈ ਨਹੀਂ। ਇਹੀ ਤਾਂ ਪ੍ਰੋਬਲਮ ਹੈ, ਇੰਨੇ ਬੰਦੇ ਖੜੇ ਨੇ, ਇਹ ਸਭ ਮਾਲਕ ਖੜੇ ਨੇ, ਪੰਚਾਇਤ ਦੀ ਜ਼ਮੀਨ ਹੀ ਹੈ ਨਹੀਂ। ਫਿਰ ਸਰਕਾਰ ਵੱਲੋਂ ਕਿਵੇਂ ਦਾਵਾ ਜਤਾਇਆ ਗਿਆ ਕਿ ਸ਼ਾਮਲਾਟ ਹੁਣ ਜੇ ਝੂਠ ਔਰ ਕੋਈ ਮਕਾਰੀ ਤੇ ਉੱਤਰ ਆਵੇ ਉਹ ਸੋਚੇ ਵੀ ਮੈਂ ਚੀਫ ਮਿਨਿਸਟਰ ਬਣ ਗਿਆ ਤੇ ਮੈਂ ਆਪਣਾ ਜੋ ਮਰਜ਼ੀ ਕਰਾਂ, ਤੇ ਇਹ ਐਬਸੋਲੂਟ ਮਨਾਰਕੀ ਤਾਂ ਹੈ ਨਹੀਂ। ਜ਼ਮੀਨ ਦਾ ਮੌਜੂਦਾ ਸਟੇਟਸ ਕੀ ਹੈ ਜੀ, ਕਿਹਦੇ ਨਾਮ ਬੋਲ ਰਹੀ ਹੈ? ਇਹ ਨਾ ਪਿੰਡ ਵਾਲਿਆਂ ਦੇ ਨਾਂ ਤੇ ਹੈ, ਸਾਰੇ ਮਾਲਕਾਂ ਦੇ ਨਾਂ। ਪੁੱਛੋ ਇਹਨਾਂ ਨੂੰ ਕਿਹਦੇ ਨਾਂ ਤੇ ਸਰ ਆਪ ਕਰੋਗਾ। ਅੱਜ ਤੋਂ ਨਹੀਂ ਕੋਈ, ਸਾਡੀ ਵੀ 45 ਸਾਲ ਉਮਰ ਹੋ ਗਈ। ਸਾਡੇ ਬਾਬੇ ਦਾਦੇ ਬਾਉਂਦੇ ਬੀਜਦੇ ਸਾਡੇ ਨਾਲ ਇੰਤਕਾਲ ਹੈ। ਅਸੀਂ ਜਿਹੜੇ ਕੋਈ ਛੋਟੇ ਪਰਿਵਾਰਕ ਨਾਲ ਸੰਬੰਧ ਰੱਖਦੇ ਸੀ, ਗਰੀਬ ਸਾਡਾ ਇਲਾਕਾ ਹੈ। ਅਸੀਂ ਜਿਹੜੇ ਕਿਸੇ ਬੰਦੇ ਨੇ ਕੋਈ ਵਿਆਹ ਕਾਰਜ ਕਰਨਾ, ਕਿਸੇ ਨੇ ਮਕਾਨ ਬਣਾਉਣਾ ਹੈ, ਉਹ ਆਪਣੀ ਜ਼ਮੀਨ ਵੇਚਦਾ ਸੀਗਾ, ਉਹਦੀ ਰਜਿਸਟਰੀ ਵਗੈਰਾ ਇੰਤਕਾਲ ਸਾਰਾ ਹੁੰਦਾ ਸੀਗਾ ਜੀ। ਇਹ ਸਾਡੇ ਕੋਲ 1819 ਤੱਕ ਦੇ ਇਹ ਕਾਗਜ਼ ਅਸੀਂ ਉਰਦੂ 'ਚੋਂ ਪੰਜਾਬੀ ਕਰਵਾਏ ਜੀ ਸਾਰੇ। ਇਹ ਸਾਡੇ ਦਾਦੇ ਲਾਹੀ ਜਿਹੜੇ ਕਾਗਜ਼ ਸਾਡੇ ਰਿਕਾਰਡ ਬੋਲਦਾ ਹੀ ਸਾਡੇ ਨਾਂ ਤੇ, ਇਹਨਾਂ ਨੇ ਧੱਕੇ ਨਾਲ ਇੰਤਕਾਲ ਤੋੜ ਗਏ ਸਾਰਾ। ਇਹਨੇ ਬੋਲਿਆ ਸੀ ਗਵਰਨਮੈਂਟ ਦੇ ਨੂੰ। ਦੇਖੋ 1893 ਚ ਇਹ ਇੰਤਕਾਲ ਹੁਣ ਥੋੜਾ ਹੀ ਮਹੀਨਾ ਹੋਇਆ ਜੀ। ਪਹਿਲੇ ਇੱਕ ਦੋ ਵਾਰੀ ਇੰਤਕਾਲ ਟੁੱਟਿਆ ਜੀ ਸਾਡਾ 1964 63 ਟੁੱਟਿਆ ਸੀਗਾ ਜੀ। 64 ਸਾਡੇ ਨਾਂ ਫੇਰ ਹੋ ਗਿਆ ਸੀਗਾ ਜੀ। ਸਾਡੇ ਜਿੰਨੇ ਹੱਕ ਹਕੂਕ ਸਾਨੂੰ ਮਿਲ ਗਏ ਸੀਗੇ, ਸਾਡੇ ਨੂੰ ਇੰਤਕਾਲ ਹੈ। ਸਾਡੇ ਨੂੰ ਜ਼ਮੀਨ ਦਾ ਜਿਹੜਾ ਸਾਰਾ ਪਿੰਡ ਦਾ ਜੰਗਲ ਸ਼ਾਮਲਾ ਰਕਬਾ ਵੀ ਹੈਗਾ ਜੀ, ਉਹ ਸਾਡੇ ਨਾਲ ਇੰਤਕਾਲ ਚੜ੍ਹਿਆ ਹੈ। ਅਸੀਂ ਅੱਗੇ ਆਪਣਾ ਰਕਬਾ ਕਿਸੇ ਨੂੰ ਵੇਚਦੇ, ਉਹਦੇ ਨਾਂ ਤੇ ਰਜਿਸਟਰੀ ਹੁੰਦੀ, ਇੰਤਕਾਲ ਹੁੰਦਾ ਜੀ। ਤੁਹਾਡੇ ਨਾਮ ਕਿੰਨੀ ਜ਼ਮੀਨ ਸੀ? ਮੇਰੇ ਨਾਂ ਨਹੀਂ ਜੀ, ਹਾਲੇ ਮੇਰੇ ਫਾਦਰ ਸਾਹਿਬ ਦੇ ਨਾਮ ਜ਼ਮੀਨ ਹੈ ਜੀ। ਸਾਡੇ ਕੋਲ 16 ਏਕੜ ਪਹਾੜ ਦਾ ਰਕਬਾ ਸੀਗਾ ਵਿੱਚ ਆਪਣਾ, ਜਿਹੜੀ ਅਸੀਂ ਬੈਂਦੜ ਬੰਨ੍ਹਦੇ ਜੀ, ਉਹ 35 ਵਿਗੇ ਸਾਡੇ ਕੋਲ ਦੇ ਸ਼ਾਮਲਤ ਕਹਿੰਦੇ, ਜਿਹਦੇ ਸਾਡੇ ਨਕਸ਼ੇ ਦੇ ਨੰਬਰ ਬਣੇ ਜੀ ਬਕਾਇਦਾ। ਉਹਦੇ ਸਾਰੇ ਨੰਬਰ ਬਣੇ, ਨਕਸ਼ੇ 'ਚ ਗੱਠੇ ਲੱਗੇ ਆ, ਸਾਰੇ ਕੱਲੇ ਕੱਲੇ ਮਾਲਕ ਦੇ ਹਿੱਸੇਦਾਰ ਸਾਰੇ ਆਪਣਾ ਬਾਉਂਦੇ ਬੀਜਦੇ, ਆਪਣੇ ਉਹਦੇ ਰਕਬੇ ਨੂੰ ਕਬਜ਼ੇ ਮੁਤਾਬਕ ਵੇਚਦੇ ਵੀ ਹੈਗੇ ਜੀ। ਮਤਲਬ ਇਹ ਤਾਂ ਪਹਿਲੀ ਵਾਰੀ ਹੋਇਆ ਜੀ। ਸਾਡੇ ਨਾਲ ਜਿਹੜੀ ਪੰਚਾਇਤ ਦੀ ਜ਼ਮੀਨ ਹੈ, ਜੋ ਕੋਈ ਬੋਲੀ ਕਰਦਾ ਸੀ ਪੰਚਾਇਤ ਕਰਦੀ, ਜਿਵੇਂ ਪੰਚਾਇਤੀ ਜ਼ਮੀਨ ਹੁੰਦੀ ਹੈ ਉਹਦੀ ਬੋਲੀ ਕਰਦੀ ਪੰਚਾਇਤ, ਠੀਕ ਹੈ ਜੀ। ਜਿਹੜਾ ਸਾਡਾ ਜੰਗਲ ਵਿੱਚ ਕੋਈ ਖੈਰਾਂ ਦਾ ਬੂਟਾ ਹੈਗਾ ਜੀ, ਅਸੀਂ ਪਿੰਡ ਵਾਲੇ ਬੋਲੀ ਕਰਦੇ, ਉਹਦੀ ਪਿੰਡ ਵਾਲੇ ਉਹਨੂੰ ਵੇਚਦੇ ਸੀਗੇ। ਉਹ ਕੋਈ 50 ਲੱਖ ਦਾ, ਕੋਈ 20 ਲੱਖ ਦਾ ਵਿਕਿਆ, ਉਹਦੇ ਜਿਹੜੇ ਪੈਸੇ ਸਾਨੂੰ ਮਿਲਦੇ ਸੀਗੇ ਉਹ ਅਸੀਂ ਆਪਣੇ ਹਿੱਸੇ ਤੇ ਡਿਵਾਈਡ ਕਰ ਲੈਂਦੇ ਸੀਗੇ। ਜਿਵੇਂ ਕੀ ਮੰਗ ਕਰਦੇ ਹੋ? ਬਦਲਾਵ ਲਈ ਵੋਟਾਂ ਪਾਈਆਂ? ਬਦਲਾਅ ਵਾਲੀ ਪਾਈ ਅਸੀਂ ਖੁਦ ਪਾਈਆਂ ਸੀ। ਅਸੀਂ ਦੇਖਿਆ ਸੀ ਬਦਲਾਅ, ਸਾਨੂੰ ਆ ਬੜੀ ਖੁਸ਼ੀ ਮਿਲੀ ਹੈ ਜੀ। ਬਹੁਤ ਜ਼ਿਆਦਾ ਅਸੀਂ ਸੰਤੁਸ਼ਟ ਹੈ ਇਸ ਸਰਕਾਰ ਤੋਂ ਵੀ ਸਾਡਾ ਜਿਹੜਾ ਕਿਸੇ ਕੋਲ 2 ਵਿਗੇ ਜੀ, ਕਿਸੇ ਕੋਲ 4 ਵਿਗੇ ਹੈ, ਕਿਸੇ ਕੋਲ 6 ਵਿਗੇ ਹੈ, ਕਿਸੇ ਕੋਲ 20 ਜੀ ਹੈ ਜੀ, ਉਹ ਵੀ ਸਾਡੀ ਗਈ ਜੀ। ਤੇ ਅਸੀਂ ਜਾਊਂਗੇ ਤਾਂ ਜਾਊਂਗੇ ਕਿੱਥੇ? ਜਿਹੜੀ ਸਾਡੇ ਕੋਲ ਜ਼ਮੀਨ ਖੇਵਟ ਹੈ ਜੀ, ਬਿਲਕੁਲ 400 ਵਿਗੇ ਜ਼ਮੀਨ ਹੈ, ਉਹਦੇ 'ਚ ਕਿਸੇ ਨੂੰ 2 ਵਿਗੇ ਆਉਂਦੀ ਹੈ, ਕਿਸੇ ਨੂੰ 20 ਆਉਂਦਾ, ਕਿਸੇ ਕੋਲ 20 ਵੀ ਨਹੀਂ ਹੈ ਖੇਵਟ ਦਾ। ਜਿਹੜੀ ਇਹ ਦੇਸ਼ ਆਮਲਾ ਜ਼ਮੀਨ ਹੈ ਸਾਡੇ 61 62 64 ਤੇ ਸਾਡੇ ਮਤਲਬ ਇਹਦੇ 'ਚ ਨਕਸ਼ੇ 'ਚ ਬਣੀ ਹੈ, ਇੰਤਕਾਲ ਚੜ੍ਹੇ ਮਾਲਕਾਂ ਦੇ ਨਾਂ। ਇਹ 92 93 'ਚ ਸਾਡਾ ਜਿਹੜਾ ਜੰਗਲ ਦਾ ਸ਼ੇਰ ਹੈ, ਜਿਹੜਾ ਤਾਂ 2828 ਕਿੱਲਾ ਦੱਸਦਾ, ਇਹ ਸਾਡੇ ਮਾਲਕਾਂ ਦੇ ਨੂੰ ਹਿੱਸਾ ਚੜ੍ਹੇ, ਇੰਤਕਾਲ ਬਕਾਇਦਾ ਸਾਰਾ ਹੋਇਆ। ਉਹ ਤੋਂ ਬਾਅਦ ਮਾਲਕਾਂ ਨੂੰ ਆਪਣਾ ਹਿੱਸਾ ਮਿਲ ਗਿਆ, ਉਹਨੂੰ ਪਤਾ ਮੇਰਾ ਕਿੰਨਾ ਹੈ ਤੇ ਮੇਰਾ ਕਿੰਨਾ ਹੈ, ਠੀਕ ਹੈ ਜੀ। ਇਹ ਜ਼ਬਰਦਸਤੀ ਸਾਡੇ ਨਾਲ ਧੱਕਾ ਹੈ ਜੀ, ਬਿਲਕੁਲ ਬੇਨਿਆਈ ਹੈ ਸਾਡੇ ਨਾਲ ਜੀ। ਸਾਡੇ ਕੋਲ ਅਸੀਂ ਦਿਹਾੜੀਦਾਰ ਬੰਦੇ, ਉੱਥੇ ਪੁਰਾਣੇ ਬਜ਼ੁਰਗ ਬੈਠੇ ਸਾਡੇ 200 ਸਾਲ ਪਹਿਲਾਂ 300 ਸਾਲ ਪਹਿਲਾਂ ਬੈਠੇ ਕਿਵੇਂ ਸੀਗੇ? ਅਸੀਂ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜੀ। ਮੈਸਾਂ ਡੰਗਰ ਰੱਖਦੇ ਸੀ ਲੋਕੀ, ਜੰਗਲ ਤੋਂ ਲੱਕੜੀ ਲਿਆਉਣੀ, ਆਪਣਾ ਚੁੱਲ੍ਹਾ ਬਾਲਣਾ ਤੇ ਕੱਖ ਕੰਡਾ ਜੰਗਲ ਤੋਂ ਵੱਢਣਾ, ਆਪਣਾ ਗਾਂ ਬੱਚਾ ਪਾਲਿਆ, ਦੁੱਧ ਪੀਤਾ, ਆਪਣਾ ਕੰਮਕਾਰ ਖੇਤਾਂ 'ਚ ਕਰਦੇ ਸੀ। ਇਹੀ ਸਾਡੇ ਕੋਲ ਸਾਧਨ ਸੀ। ਸਾਡੇ ਏਰੀਏ 'ਚ ਕੋਈ ਪੜ੍ਹਿਆ ਲਿਖਿਆ ਨੌਜਵਾਨ ਨਹੀਂ, ਕੋਈ ਨੌਕਰੀ ਦਾ ਸਾਧਨ ਨਹੀਂ ਹੈ, ਕੋਈ ਹੋਰ ਸਾਡੇ ਕੋਈ ਉਪਰਾਲਾ ਨਹੀਂ ਹੈ ਜੀ ਖਾਣ ਪੀਣ ਦਾ। ਅੱਜ ਅਸੀਂ ਸਾਰੇ ਛੋਟੀ ਬੜੀ ਨਗਲ ਦੇ ਸਾਰੇ ਨਿਵਾਸੀ, ਖੇਵਟਦਾਰ, ਜ਼ਮੀਂਦਾਰ, ਸਾਡੇ ਗੁੱਜਰ ਭਾਈਚਾਰੇ 'ਚੋਂ ਜਿਨ੍ਹਾਂ ਦੀ ਜ਼ਮੀਨਾਂ ਬੋਲਦੀਆਂ, ਸਾਡੇ ਪਰਿਵਾਰ ਦੀਆਂ ਜਿਹੜੀਆਂ ਜ਼ਮੀਨਾਂ ਬੋਲਦੀਆਂ, ਅੱਜ ਜਿਹੜਾ ADC ਸਾਹਿਬ ਨੇ ਆਰਡਰ ਕੱਢਿਆ ਸੀਗਾ, ਜਿੱਥੇ ਇਹਨਾਂ ਨੇ ਕਿਹਾ ਸੀ ਕਿ ਸਾਰੇ ਪਿੰਡ ਦੀ ਜ਼ਮੀਨ 2828 ਏਕੜ ਗ੍ਰਾਮ ਪੰਚਾਇਤ ਦੇ ਨਾਮ ਚਾੜੀ ਜਾਵੇ, ਸ਼ਾਮਲਾਟ ਜ਼ਮੀਨ ਹੈ, ਉਸ ਦੇ ਸੰਬੰਧ 'ਚ ਆਪ ਦੇ ਸਾਡੇ ਵਕੀਲ ਸਾਹਿਬ ਅੱਜ ਸਵੇਰ ਦੇ ਇੱਥੇ ਆਏ ਹੋਏ ਆ। ਪਹਿਲਾਂ ਅੱਜ ਮੰਗਲਵਾਰ ਹੈਗਾ, ਮੰਗਲਵਾਰ ਨੂੰ ADC ਸਾਹਿਬ ਦਾ ਕੋਰਟ ਲੱਗਣਾ ਸੀਗਾ ਤੇ ADC ਸਾਹਿਬ ਅੱਜ ਆਏ ਨਹੀਂ ਹੈਗੇ ਹੈ ਤੇ ਸਾਨੂੰ ਦੱਸਿਆ ਗਿਆ ਹੈ ਕਿ ਉਹ ਐਕਸ ਇੰਡੀਆ ਲੀਵ ਤੇ ਚਲੇ ਗਏ ਹੈਗੇ, ਉਹ ਫਰਾਰ ਹੋ ਗਏ ਨੇ ਇੱਥੋਂ। ਤੇ ਐਕਸ ਇੰਡੀਆ ਲੀਵ ਦਾ ਇਹ ਮਤਲਬ ਹੈ ਕਿ ਦੇਸ਼ ਛੱਡ ਕੇ ਚਲੇ ਗਏ। ਹੁਣ ਸਾਡੀ ਸੁਣਵਾਈ ADC ਦੀ ਅਦਾਲਤ 'ਚ ਕਿਵੇਂ ਹੋਊਗੀ?
ਫਿਰ ਅਸੀਂ ਡੀਸੀ ਸਾਹਿਬ ਕੋਲੇ ਗਏ। ਡੀਸੀ ਸਾਹਿਬ ਕਹਿੰਦੇ ਮੇਰੇ ਕੋਲੇ ਕੋਈ ਪ੍ਰਬੰਧ ਨਹੀਂ ਹੈਗਾ ਤੁਹਾਡੀ ਕਾਨੂੰਨੀ ਐਪਲੀਕੇਸ਼ਨ ਲੈਣ ਵਾਸਤੇ, ਜਿਹੜੀ ਅਸੀਂ ਆਪ ਦੀ ਅਰਜੀ ਦਿੱਤੀ ਹੈ, ਸਾਰੇ ਪਿੰਡ ਵਾਲਿਆਂ ਨੇ ਆਪ ਦੀ ਅਰਜੀ ਦਿੱਤੀ ਹੈ, ਸਾਰਾ ਪਿੰਡ ਉਜਾੜ ਦਿਓ। ਏਡੀਸੀ ਸਾਹਿਬ ਜਿਹੜਾ ਤੁਸੀਂ ਆਰਡਰ ਕੱਢਿਆ ਬੈਂਸ ਸਾਹਿਬ, ਸਾਰਾ ਪਿੰਡ ਉਜਾੜ ਦਿਓ, ਪਰ ਪਿੰਡ ਦੇ ਰਹਿਣ ਵਾਲੇ ਨਿਵਾਸੀਆਂ ਦਾ, ਖੇਵਟਦਾੜਾਂ ਦਾ ਕੋਈ ਸੁਣਵਾਈ ਨਾ ਹੋਵੇ। ਇਹ ਸਰਕਾਰ ਦੀ ਮਨਸ਼ਾ ਹੈਗੀ ਆ। ਇਹ ਤਾਨਾਸ਼ਾਹੀ ਫਰਜ਼ੀ ਇਨਕਲਾਬੀ ਸੋਚ ਹੈਗੀ ਹੈ ਇਹਨਾਂ ਦੀ, ਜਿਹੜੀ ਇਹ ਕਹਿੰਦੀ ਹੈ ਤੇ ਆਪ ਦੇ ਅਫਸਰਾਂ ਨੂੰ ਕਿ ਜਦੋਂ ਇਹ ਆ ਕੇ ਆਪ ਦੀ ਸੁਣਵਾਈ ਦੇਣਗੇ ਤੇ ਆਪ ਦੀ ਅਰਜੀ ਆ ਕੇ ਦੇਣਗੇ, ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਜੀ। ਸੋ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਕਿ ਐਕਸ ਪਾਰਟੀ ਆਰਡਰ ਜਿਹੜਾ ਇਹਨਾਂ ਨੇ ਕੀਤਾ ਉਹਨੂੰ ਸੈਟ ਅਸਾਈਡ ਕਰਾਉਣਾ ਸੀਗਾ। ਅਸੀਂ ਇਸ ਆਰਡਰ ਨੂੰ ਵਾਪਸ ਲਿਆਉਣ ਵਾਸਤੇ ਏਡੀਸੀ ਸਾਹਿਬ ਤੋਂ ਇੱਥੇ ਅਰਜੀ ਪਾਉਣ ਆਏ ਸੀਗੇ ਤੇ ਹੁਣ ਡੀਸੀ ਸਾਹਿਬ ਨੇ ਫਰਾਈਡੇ ਤੱਕ 3-4 ਦਿਨਾਂ ਦਾ ਸਮਾਂ ਮੰਗਿਆ। ਕਹਿੰਦੇ ਉਹਨਾਂ ਦੀ ਥਾਂ ਹੋਰ ਕਿਸੇ ਨੂੰ ਆਪਾਂ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਪਰ ਗੱਲ ਤਾਂ ਇਹ ਹੈ ਕਿ ਇਹਦੀ ਡੈਡਲਾਈਨ ਹੈ। ਸਾਡੇ ਕੋਲੇ ਹੈਗੇ ਵੀ ਸਿਰਫ 4-5 ਦਿਨ ਇਹਨਾਂ ਦੀ ਅਦਾਲਤ 'ਚ ਆਪ ਦਾ ਕੇਸ ਫਾਈਲ ਕਰਨ ਵਾਸਤੇ, ਪਰ ਅੱਜ ਇਹ ਆਪ ਦੀ ਅਦਾਲਤ ਛੱਡ ਕੇ, ਦੇਸ਼ ਛੱਡ ਕੇ ਇੱਥੋਂ ਭੱਜ ਗਏ ਹੈਗੇ ਆ ਤੇ ਹੁਣ ਅਸੀਂ ਆਪ ਦੀ ਅਰਜੀ ਉਚਲੇ ਅਦਾਲਤਾਂ 'ਚ ਲੈ ਕੇ ਜਾਵਾਂਗੇ ਤੇ ਇਸ ਤੋਂ ਬਾਅਦ ਜੀਡੀਸੀ ਕੋਰਟ 'ਚ ਜਾਊਗੀ, ਫਿਰ ਉਸ ਤੋਂ ਬਾਅਦ ਹਾਈ ਕੋਰਟ 'ਚ ਜਾਊਗੀ। ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀ ਸਾਡੀ ਸਾਰਿਆਂ ਦੀ ਜ਼ਮੀਨਾਂ ਹੈਗੀਆਂ, ਸਾਡੇ ਕੋਲੇ 44 ਦੀਆਂ, 47 ਦੀਆਂ, 44 ਤੋਂ ਪਹਿਲਾਂ ਦੀਆਂ ਵੀ ਸਾਰੀ ਸਾਡੇ ਕੋਲੇ ਜਮ੍ਹਾਂਬੰਦੀਆਂ, ਇੰਤਕਾਲ, ਰਜਿਸਟਰੀਆਂ, ਸੇਲ ਡੀਡ, ਸਾਰਾ ਕੁਝ ਸਾਡੇ ਕੋਲੇ ਹੈਗਾ। ਸਾਡੇ ਵਕੀਲਾਂ ਕੋਲੇ ਸਾਰਾ ਕੁਝ ਪਹੁੰਚ ਚੁੱਕਿਆ। ਸਾਰੇ ਕੇਸ ਸਾਡੇ ਤਿਆਰ ਹੋ ਰਹੇ ਆ। ਸਰਕਾਰ ਤਿਆਰ ਹੋ ਜੇ ਬਸ ਹੁਣ। ਉੱਥੇ ਹੀ ਜਾ ਕੇ ਸਰਕਾਰ ਤੋਂ ਪ੍ਰੈਸ ਕਾਨਫਰੰਸ ਕਰਾਵਾਂਗੇ, ਜਿੱਥੇ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਸੀਗੀ ਕਿ ਜਿਹੜੀ ਅਸੀਂ 2828 ਏਕੜ ਜ਼ਮੀਨ ਛਡਾਈ ਸੀਗੀ, ਹੁਣ ਆਪਾਂ ਮਜਬੂਰ ਹੈਗੇ ਆ ਇਹਨੂੰ ਵਾਪਸ ਪਿੰਡ ਨੂੰ ਦੇਣ ਵਾਸਤੇ। ਜਿਹੜਾ ਇਹਨਾਂ ਨੇ ਉੱਥੇ ਜਾ ਕੇ ਝੂਠ ਪ੍ਰਚਾਰ ਕੀਤਾ ਕਿ 2828 ਏਕੜ ਜ਼ਮੀਨ ਅਸੀਂ ਕਬਜ਼ੇ ਤੋਂ ਛਟਾ ਕੇ ਅਸੀਂ ਪੰਚਾਇਤ ਦੇ ਨਾਮ ਕਰ ਰਹੇ ਹਾਂ ਤੇ ਨਾਲ ਦੀ ਨਾਲ ਉੱਥੇ ਕਹਿੰਦੇ ਹੈਗੇ ਆ ਕਿ ਅਸੀਂ ਇਹ ਸਰਕਾਰੀ ਖਜ਼ਾਨੇ 'ਚ 300 ਕਰੋੜ ਰੁਪਈਆ ਲੈ ਕੇ ਆ ਰਹੇ ਹਾਂ। ਇਹ ਵੀ ਸਰਕਾਰ ਨੂੰ ਇਹ ਸਾਰਾ ਆਪ ਦਾ ਹੁਕਮ ਵਾਪਸ ਲੈਣਾ ਪੈਣਾ। ਲੋਕਾਂ ਨੂੰ ਦੱਸਣਾ ਪੈਣਾ ਕਿ ਸਾਡੇ ਖਜ਼ਾਨੇ 'ਚ ਨਾ ਤਾਂ 1 ਰੁਪਈਆ ਆਇਆ ਇਸ ਜ਼ਮੀਨ ਤੋਂ, ਤੇ ਇਹ ਸਾਰੀ ਜ਼ਮੀਨ ਸਾਨੂੰ ਵਾਪਸ ਜਾਇਜ਼, ਜਿਨ੍ਹਾਂ ਦੀ ਖੇਵਟਦਾਰਾਂ ਦੀ, ਜ਼ਿਮੀਂਦਾਰਾਂ ਦੀ, ਗੁੱਜਰਾਂ ਦੀ ਜ਼ਮੀਨ ਜਿਹੜੀ ਸੀਗੀ ਉਹ ਵਾਪਸ ਕਰਨੀ ਪਈ ਹੈਗੀ ਹੈ। ਬਸ ਇਹੀ ਕੁਛ ਅੱਜ ਹੋਇਆ। ਗੋਬਿੰਦ ਸਿੰਘ ਸੰਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਸੋ ਲੋਕ ਜਿੱਥੇ ਨਾਅਰੇਬਾਜ਼ੀ ਵੀ ਇਸ ਵਕਤ ਕਰ ਰਹੇ ਨੇ ਛੋਟੀ ਬੜੀ ਨੰਗਲ ਦੇ, ਆਪਾਂ ਗੋਬਿੰਦ ਸਿੰਘ ਜਿਹੜੇ ਸੰਧੂ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਜਿਹੜਾ ਛੋਟੀ ਬੜੀ ਨੰਗਲ ਦੇ ਵਿੱਚ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2828 ਏਕੜ ਨਜਾਇਜ਼ ਜ਼ਮੀਨ, ਜਿਹੜਾ ਨਜਾਇਜ਼ ਕਬਜ਼ਾ ਸੀ ਉਹ ਛੜਾਇਆ। ਸੋ ਇਸ ਬਾਬਤ ਜਿਹੜਾ ਇਹਨਾਂ ਦਾ ਪੱਖ ਸਰਕਾਰ ਜਿਹੜੀ ਇਹਨਾਂ ਦਾ ਦੋਸ਼ ਲਾਇਆ ਕਿ ਸਾਡਾ ਪੱਖ ਜਿਹੜਾ, ਸਾਡੀ ਸੁਣਵਾਈ ਲਈ ਅਰਜੀ ਅਸੀਂ ਦਾਇਰ ਕਰ ਰਹੇ ਹਾਂ, ਉਹ ਵੀ ਜਿਹੜਾ ਪ੍ਰਸ਼ਾਸਨ ਨਹੀਂ ਲੈ ਰਿਹਾ। ਆਉਣ ਵਾਲੇ ਸਮੇਂ 'ਚ ਇਹ ਕੇਸ ਕਿਹੜਾ ਮੋੜ ਲੈਂਦਾ, ਇਹ ਆਉਣ ਵਾਲਾ ਸਮਾਂ ਦੱਸੂ। ਫਿਲਹਾਲ ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਨਿਤਨ ਸ਼ਾਹ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।